कहता पिछले 2-2.5 महीने तो जो कुछ चल रहा, जिस तरीके गुरुद्वारियां दे विचों अनाउंसमेंटां हो रही ने कि फलानी बरादरी के बंदे पट्टां तेरा चढ़न साडियां ते, फलानी बरादरी के बंदियां दा बाईकाट, वो भांडे आपदे लियाउण ते फलाण आ कर देंगे भी गुरुद्वारियां दे विचों अनाउंसमेंटां होई जांदियां ने सिੱਖੀ दे केंद्र दे विच। ते जे खालिस्तान बन गया फिर तां इहदे नालों भी माड़ा हाल हो। तो इस करके मैं तो जी खालिस्तान के हुण खिलाफ, मैं उन्होंने ये गल आखी सज्जण नूं बई ये सारा कुछ तां हो रहा ना क्योंकि हिंदुस्तान च रहिंदे, जे खालिस्तान च रहिंदे होईए उत्थे कोई करके दिखाऊगा फिर तू गल करी। वाहिगुरू जी का खालसा, वाहिगुरू जी की फतेह। कुछ एक दो नुकते है जिहड़े उन्हां उत्ते केंद्रित करके थोड़ी बहुत चर्चा करांगे। वो किहड़ी गल है जिहदे उत्ते मैं केंद्रित कर रहा, वो हैगा पोजीशनिंग, स्थिति। एक वो स्थिति आ ਜਦੋਂ ਸਿੱਖੀ ਦੀ ਚੜ੍ਹਦੀ ਕਲਾ, ਇੱਕ ਉਹ ਸਥਿਤੀ ਆ ਜਦੋਂ ਸਿੱਖ ਹਿੱਤਾਂ ਦਾ ਘਾਣ ਤੇ ਸਿੱਖੀ ਦਾ ਬੇੜਾ ਗਰਕ। ਹੁਣ ਦੋਨਾਂ ਚੋਂ ਆਪਾਂ ਨੂੰ ਕਿਹੜੀ ਸਥਿਤੀ ਪੈਦਾ ਕਰਨ ਵਾਲੇ ਪਾਸੇ ਹੋਣਾ ਚਾਹੀਦਾ? ਸੁਭਾਵਿਕ ਗੱਲ ਆਪਾਂ ਸਾਰੇ ਕਹਾਂਗੇ ਕਿ ਜਿਹੜੀ ਸਥਿਤੀ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਆ, ਸਿੱਖਾਂ ਦੇ ਹਿੱਤ ਵਿੱਚ ਆ ਜਿਹੜੀ ਸਥਿਤੀ, ਉਹ ਸਥਿਤੀ ਦੇ ਅਸੀਂ ਹੱਕ 'ਚ ਹੋਵਾਂਗੇ। ਤੇ ਜਿਹੜੀ ਸਥਿਤੀ ਇਹ ਤੋਂ ਉਲਟ ਵਾ, ਜਿਹਦੇ 'ਚ ਸਿੱਖਾਂ ਦੇ ਹਿੱਤਾਂ ਦੀ ਬਲੀ ਚੜ੍ਹਦੀ ਆ, ਉਹ ਸਥਿਤੀ ਦੇ ਖਿਲਾਫ ਆਪਾਂ ਨੂੰ ਬੇਝਿਜਕ ਹੋ ਕੇ ਕਿਹੜੀ ਸਥਿਤੀ ਦੇ ਹੱਕ ਵਿੱਚ ਖੜਨਾ ਚਾਹੀਦਾ, ਜਿਹੜੀ ਸਥਿਤੀ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਹੋਵੇ। ਇਹ ਕੋਈ ਏਡਾ ਵੱਡਾ ਫਾਰਮੂਲਾ ਨਹੀਂ, ਪਰ ਇਹਨੂੰ ਮੈਂ ਅੱਜ ਤਾਂ ਛੇੜਿਆ ਬਈ ਮੇਰੇ ਇੱਕ ਵਾਕਫ ਸੱਜਣ ਦਾ ਫੋਨ ਆਇਆ ਤੇ ਉਹਨੇ ਕਿਹਾ ਕਿ ਘੁਮਾਣ ਸਾਹਿਬ ਆਪਾਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹਾਂ, ਪਰ ਮੈਨੂੰ ਤਾਂ ਖਾਲਿਸਤਾਨ ਦੇ ਵਿੱਚ ਹੁਣ ਇੰਟਰਸਟ ਜਾਂ ਕੋਈ ਲੱਗਦਾ ਨਹੀਂ ਤੇ ਮੈਂ ਤਾਂ ਨਹੀਂ ਚਾਹੁੰਦਾ ਹੈਗਾ ਕਿ ਖਾਲਿਸਤਾਨ ਬਣਨਾ ਚਾਹੀਦਾ। ਮੈਂ ਪੁੱਛਿਆ ਵੀ ਕੀ ਹੋ ਗਿਆ? ਕਹਿੰਦਾ ਪਿਛਲੇ 2-2.5 ਮਹੀਨੇ ਤੋਂ ਜੋ ਕੁਝ ਚੱਲ ਰਿਹਾ, ਜਿਸ ਤਰੀਕੇ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟਾਂ ਹੋ ਰਹੀਆਂ ਨੇ ਕਿ ਫਲਾਨੀ ਬਰਾਦਰੀ ਦੇ ਬੰਦੇ ਪੱਟਾਂ ਤੇਰਾ ਚੜ੍ਹਨ ਸਾਡੀਆਂ ਤੇ, ਫਲਾਨੀ ਬਰਾਦਰੀ ਦੇ ਬੰਦਿਆਂ ਦਾ ਬਾਈਕਾਟ, ਉਹ ਭਾਂਡੇ ਆਪਦੇ ਲਿਆਉਣ ਤੇ ਫਲਾਣ ਆ ਕਰ ਦੇਂਗੇ ਵੀ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟਾਂ ਹੋਈ ਜਾਂਦੀਆਂ ਨੇ ਸਿੱਖੀ ਦੇ ਕੇਂਦਰ ਦੇ ਵਿੱਚੋਂ। ਤੇ ਜੇ ਖਾਲਿਸਤਾਨ ਬਣ ਗਿਆ ਫਿਰ ਤਾਂ ਇਹਦੇ ਨਾਲੋਂ ਵੀ ਮਾੜਾ ਹਾਲ ਹੋ। तो इस करके मैं तो जी खालिस्तान के हुण खिलाफ, मैं वो गल काफ़ी उन्हें लंबी चौड़ी जो इस तरीके दियाँ काफ़ी उन्हें गल्लां इकट्ठियां कीतियां होईयां सी, जदों कि पता गल करदा फिर सारियां गल्लां करदा। मैं उन्होंने ये गल आखी सज्जण नूं बई ये सारा कुछ तां हो रहा ना क्योंकि हिंदुस्तान च रहिंदे, जे खालिस्तान च रहिंदे होईए उत्थे कोई करके दिखाऊगा फिर तू गल करी। कहंदा जी की मतलब? मैं कहा भी गुरुद्वारा तो यह गल कहता नहीं ना, गुरुद्वारे का सिद्धांत ये गल कहता भी किसी को वो जात बरादरी दे करके कहीए कि तू उत्थे आ नहीं कर सकता, तू वो नहीं कर सकता। गुरुद्वारे का तो सिद्धांत है, ये सिद्धांत गुरुद्वारे का है नहीं गा, पर गुरुद्वारे के विचों कहण दी जुरत उन्होंने तां पई क्योंकि वो इंडिया च रहिंदे आ, इंडियन सिस्टम के विच। इस मौके उन्होंने इस करतूत के खिलाफ जिहड़ी कार्रवाई करने का जिम्मेवारी है वो कानून अनुसार भारतीय हुकूमती निज़ाम की जिम्मेवारी बनती है जदों कोई बंदा डिस्क्रिमिनेशन करे। पर भारतीय हुकूमती मशीनरी कानूनी तौर पर बेशक जात पात नूं, जात वरण की व्यवस्था नूं रद्द करे,
पर ਇਹ ਸਾਰੀ ਸੇਧ ਆ ਜਿਹੜੀ ਹਕੂਮਤੀ ਨਿਜ਼ਾਮ ਦੀ ਉਹ ਹਿੰਦੂ ਤਵੀ ਗ੍ਰੰਥਾਂ 'ਚੋਂ ਆ। ਵੇਦਾਂ ਸਿਮਰਤੀਆਂ ਸ਼ਾਸਤਰਾਂ ਨੂੰ, ਮਨੂ ਸਿਮਰਤੀ ਨੂੰ, ਚਾਣਕਿਆ ਨੀਤੀ ਨੂੰ ਤੇ ਹੋਰ ਸਾਰਿਆਂ ਨੂੰ ਇੱਥੇ ਬਹੁਤ ਜ਼ਿਆਦਾ ਸਤਿਕਾਰਿਆ ਜਾਂਦਾ। ਜਦੋਂ ਇਸ ਹਕੂਮਤੀ ਮਸ਼ੀਨਰੀ ਦਾ, ਇਸ ਨਿਜ਼ਾਮ ਦਾ ਪ੍ਰੇਰਨਾ ਸਰੋਤ ਹੀ ਡਿਸਕ੍ਰਿਮੀਨੇਸ਼ਨ ਦਾ ਹਾਮੀ ਆ, ਬ੍ਰਾਹਮਣਵਾਦ ਨੂੰ ਥਾਂ ਦਿੰਦਾ, ਜਿਹੜੀ ਬ੍ਰਾਹਮਣਵਾਦ ਦੀ ਸਾਰੀ ਬਿਰਤੀ ਹੀ ਮਨੁੱਖਤਾ ਨੂੰ ਵੰਡੀਆਂ ਪਾ ਕੇ ਲੁੱਟ ਖਸੁੱਟ ਕਰਨ ਦੀ ਬਿਰਤੀ ਹੈ, ਤਾਂ ਫਿਰ ਇੱਥੇ ਕਾਨੂੰਨ ਜਿਹੜੇ ਮਰਜ਼ੀ ਬਣਾਈ ਫਿਰੋ, ਨਹੀਂ ਤਾਂ ਉਹਨਾਂ ਬੰਦਿਆਂ ਦੀ ਜ਼ਰੂਰਤ ਕਿਵੇਂ ਪੈ ਜਾਂਦੀ। ਗੁਰਦੁਆਰੇ ਦੀ ਤਾਂ ਗੱਲ ਬਾਹਲੀ ਦੂਰ ਦੀ ਆ, ਕਿਤੇ ਸੱਥ 'ਚ ਬਹਿ ਕੇ ਨਾ ਜਾਤ ਪਾਤ ਵਾਲੀ ਕੋਈ ਗੱਲ ਕਰਦੇ। ਉਹਨਾਂ ਦੀ ਇਹ ਹਿੰਮਤ ਤਾਂ ਬਣੀ ਕਿਉਂਕਿ ਉਹਨਾਂ ਨੂੰ ਪਤਾ ਵੀ ਭਾਰਤ ਦੇ ਕਾਨੂੰਨ ਕਨਾਂਜੇ ਕੁਛ ਨਹੀਂ ਕਰਨਗੇ ਸਾਨੂੰ। ਦੂਜੀ ਗੱਲ ਇਹ ਵੀ ਜੇ ਤੁਸੀਂ ਕਹਿੰਦੇ ਹੋ ਗੁਰਦੁਆਰੇ 'ਚ ਕਿਵੇਂ ਉਹ ਹਰਕਤ ਕਰ ਗਏ, ਜੇ ਗੁਰਦੁਆਰਿਆਂ ਜੇਕਰ ਅੱਜ ਇੱਥੇ ਹਿੰਦੂਤਵੀ ਸਿਸਟਮ ਚੱਲ ਰਿਹਾ, ਜੇ ਖਾਲਸਾਈ ਸਿਸਟਮ ਹੁੰਦਾ ਤਾਂ ਜੇ ਗੁਰਦੁਆਰੇ ਦੇ ਗ੍ਰੰਥੀ ਦੀ ਗੱਲ ਕਰੀਏ ਉਹਦੇ 'ਚ ਵੀ ਇੰਨੀ ਤਾਕਤ ਹੋਣੀ ਸੀ, ਉਹਨੇ ਵੀ ਕਹਿ ਦੇਣਾ ਸੀਗਾ ਵੀ ਇਹ ਗੱਲ ਗਲਤ ਆ, ਆਓ ਇੱਧਰ ਹੋਵੋ ਪੇਸ਼। ਤੇ ਇਹ ਗੱਲ ਕੱਲੀ ਗ੍ਰੰਥੀ ਦੀ ਨਹੀਂ, ਉਹਨਾਂ ਸਿੱਖਾਂ ਦੇ ਵੀ ਉਦੋਂ ਏਡੀ ਵੱਡੀ ਬਿਰਤੀ ਹੋਣੀ ਸੀ ਕਿ ਉਹ ਕਦੇ ਇਹੋ ਜਿਹੀ ਗੱਲ ਨਾ ਕਰਦੇ। ਜਿੰਨੀਆਂ ਵੀ ਸਮੱਸਿਆਵਾਂ ਇਸ ਵੇਲੇ ਨੇ ਉਹ ਸਾਰੀਆਂ ਇਸ ਕਰਕੇ ਆ ਕਿਉਂਕਿ ਸਿੱਖ ਅਤੇ ਸਿੱਖੀ ਉਹਦਾ ਸਾਰਾ ਪ੍ਰਬੰਧ, ਸਾਰਾ ਸਿਸਟਮ, ਸਾਰਾ ਕੁਝ ਜਿਹੜਾ ਹੈ ਉਹਨੂੰ ਬ੍ਰਾਹਮਣਵਾਦ ਦਾ, ਭਾਰਤੀ ਹਕੂਮਤੀ ਮਸ਼ੀਨਰੀ ਦਾ ਉਹਦੇ ਉੱਤੇ ਛਾਂ ਪਈ ਹੋਈ। ਜਦੋਂ ਉਹਦੇ ਤੋਂ ਮੁਕਤ ਹੋ ਕੇ ਸਿੱਖ ਇਜ਼ਮ ਦੇ ਝੰਡੇ ਅਨੁਸਾਰ ਚੱਲੂ ਗੱਲ ਸਾਰੀ, ਉੱਥੇ ਇਹ ਕਰਤੂਤਾਂ ਲਈ ਕੋਈ ਸਪੇਸ ਹੀ ਨਹੀਂ ਬਚਣੀ। ਸੋ ਜਿੰਨਾਂ ਗੱਲਾਂ ਕਰਕੇ ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨ ਹੋਣਾ ਨਹੀਂ ਚਾਹੀਦਾ, ਅਸਲ ਵਿੱਚ ਉਹ ਸਾਰੀਆਂ ਗੱਲਾਂ ਨੂੰ ਜੇ ਦੂਰ ਕਰਨਾ ਤਾਂ ਖਾਲਿਸਤਾਨ ਚਾਹੀਦਾ। ਜਾਤ ਪਾਤ ਦੇ ਨਾਂ 'ਤੇ ਜੋ ਗੰਦ ਪਾਇਆ ਜਾ ਰਿਹਾ, ਬੇਸ਼ੱਕ ਸਿੱਖੀ ਸ਼ਕਲ ਵਾਲਿਆਂ ਵੱਲੋਂ ਪਾਇਆ ਜਾ ਰਿਹਾ, ਉਹ ਤਾਂ ਰੁਕਣਾ ਜੇ ਖਾਲਿਸਤਾਨ ਹੋਊਗਾ। ਕਿਉਂਕਿ ਖਾਲਿਸਤਾਨ ਦੇ ਵਿੱਚ ਫਿਰ ਅਕਾਲ ਤਖਤ ਸਾਹਿਬ, ਗੁਰਦੁਆਰਾ ਪ੍ਰਬੰਧ, ਪੰਜ ਪਿਆਰੇ ਦੀ ਪਰੰਪਰਾ, ਸਿੱਖ ਇਜ਼ਮ ਆ ਹੁਣ ਨਹੀਂ। ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੇ ਘੜੀਸੇ ਨਾ ਪਵਾਏ ਹੁੰਦੇ ਜਿਹੜੇ ਗੁਰਦੁਆਰਿਆਂ ਤੋਂ ਅਨਾਊਂਸਮੈਂਟਾਂ ਕਰਦੇ ਆ ਕਿ ਫਲਾਨੀ ਬਰਾਦਰੀ ਵਾਲੇ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਉਹਨਾਂ ਦੀ ਤਾਂ ਸੋਚ ਹੀ ਨਹੀਂ ਆਉਣੀ ਚਾਹੀਦੀ ਸੀ ਇਹੋ ਜਿਹੀ ਗੱਲ। ਜੇਕਰ ਸਿੱਖ ਜਿਹੜੇ ਸਾਡੇ ਅਸਥਾਨ ਨੇ, ਸਾਡੀਆਂ ਸੰਸਥਾਵਾਂ ਦਾ ਬਲ ਨਹੀਂ ਹੈ, ਉਹ ਬਲ ਜੇ ਕੰਮ ਨਹੀਂ ਕਰ ਰਿਹਾ, ਸਿੱਖਇਜ਼ਮ ਦੇ ਨਜ਼ਰੀਏ ਤੋਂ ਨਹੀਂ ਕਰ ਰਿਹਾ, ਜਾਂ ਸਿੱਖਾਂ ਵਿੱਚ ਜੇ ਸਿੱਖੀ ਦਾ ਸਿਧਾਂਤ ਦਾ ਘਾਟ ਆ, ਤਾਂ ਉਹ ਘਾਟ ਇਸ ਕਰਕੇ ਆ ਕਿਉਂਕਿ ਖਾਲਿਸਤਾਨ 'ਚ ਨਹੀਂ, ਹਿੰਦੁਸਤਾਨ 'ਚ ਰਹਿੰਦੇ। ਜਦੋਂ ਹਿੰਦੁਸਤਾਨ ਦੇ ਵਿੱਚ ਰਵਾਂਗੇ ਤਾਂ ਇਹ ਸਾਰੀਆਂ ਗੱਲਾਂ ਝੱਲਣੀਆਂ ਪੈਣਗੀਆਂ। ਤੇ ਜੇਕਰ ਇਹ ਤੋਂ ਖਹਿੜਾ ਛਡਾ ਲਾਂਗੇ, ਮੁਕਤ ਹੋ ਜਾਵਾਂਗੇ। ਹੁਣ ਪਿਛਲੇ ਦੌਰ ਵਿੱਚ ਜਦੋਂ ਸਿੱਖ ਮਿਸਲਾਂ ਦਾ ਰਾਜ ਭਾਗ ਆਇਆ ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਰਾਜ ਭਾਗ ਆਇਆ, ਉਦੋਂ ਜੋ ਕੁਝ ਹੋਇਆ ਉਹਨੂੰ ਧਿਆਨ 'ਚ ਰੱਖ ਕੇ ਦੇਖੋ, ਤੇ ਅੱਜ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ ਇਹਨੂੰ ਧਿਆਨ 'ਚ ਰੱਖ ਕੇ ਦੇਖੋ। ਕੰਪੈਰੀਜ਼ਨ ਇਸ ਗੱਲ ਦਾ ਕਰੋ, ਬਣਨ ਵਾਲੇ ਖਾਲਿਸਤਾਨ ਦਾ ਵੀ ਆਹ ਹੋਊਗਾ, ਉਹ ਹੋਊਗਾ, ਇਹ ਗੱਲਾਂ ਕਰਨ ਦੀ ਬਜਾਏ ਇਹ ਸੋਚੋ ਕਿ ਜਦੋਂ ਸਿੱਖਾਂ ਕੋਲੇ ਰਾਜ ਸੱਤਾ ਸੀ ਤੇ ਜਦੋਂ ਹਿੰਦੂ ਕੋਲੇ ਰਾਜ ਸੱਤਾ, ਅੱਜ ਹਿੰਦੂ ਕੋਲੇ ਰਾਜ ਸੱਤਾ। ਉਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਬੇਸ਼ੱਕ ਅਮਰਿੰਦਰ ਸਿੰਘ ਵਰਗੇ, ਬਾਦਲ ਵਰਗੇ ਪੱਗਾਂ ਵਾਲੇ ਨੇ, ਬੇਸ਼ੱਕ ਕੋਈ ਹੋਰ ਹੋਵੇ, ਇਹ ਕਹਿਣ ਦੀਆਂ ਗੱਲਾਂ ਨੇ। ਅਸਲ ਵਿੱਚ ਚੱਲਦੀ ਜਿਹੜੀ ਆ ਉਹ ਹਿੰਦੂ ਤਵਦੀ ਹੈ, ਹਿੰਦੂਆਂ ਦੇ ਕੋਲੇ ਤਾਕਤ। ਉਹ ਹਿੰਦੂ ਤਵਾ ਜਿਸ ਨਜ਼ਰੀਏ ਅਨੁਸਾਰ ਚੱਲਦਾ, ਉਹਦੀ ਤੁਲਨਾ ਕਰਕੇ ਕਿ ਅੱਜ ਕੀ ਚੰਗਾ ਤੇ ਮਾੜਾ, ਜਦੋਂ ਸਿੱਖਾਂ ਦੇ ਕੋਲੇ ਰਾਜ ਸੱਤਾ ਸੀ ਉਦੋਂ ਉਸ ਚੀਜ਼ ਨਾਲ ਤੁਲਨਾ ਕਰੋ। ਇਹ ਕਹਿਣਾ ਕਿ ਖਾਲਿਸਤਾਨ ਤਾਂ ਮਾੜਾ ਹੀ ਹੋਏਗਾ, ਇਹ ਤਾਂ ਫਿਰ ਬਹੁਤ ਹੀ ਜ਼ਿਆਦਾ ਨਕੰਮੀ ਸੋਚ ਹੈ। ਜਿਹੜੀ ਚੀਜ਼ ਅਜੇ ਹੋਣੀ ਆ, ਬਣਨੀ ਆ, ਉਹਦੇ ਬਾਰੇ ਪਹਿਲਾਂ ਹੀ ਕਹਿਣਾ, ਮਤਲਬ ਇੱਕ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਮੁਸਾਫਰ ਕਵੇ ਨਹੀਂ ਜੀ ਸਫ਼ਰ ਦਾ ਅੰਤ ਮਾੜਾ ਹੀ ਨਿਕਲੂਗਾ, ਉਹ ਇਹ ਚੀਜ਼ ਜਿਹੜੀ ਆ ਇਹ ਗੱਲ ਗਲਤ ਹੈ। ਜਦੋਂ ਖਾਲਿਸਤਾਨ ਬਣੂਗਾ ਉਦੋਂ ਬੇਸ਼ੱਕ ਕੋਈ ਗਿੱਲ ਬਰਾੜ, ਕੋਈ ਹੋਰ ਵੀ ਲਿਖਾਈ ਫਿਰੇ, ਜੇਕਰ ਉਹ ਸਿੱਖ ਇਜ਼ਮ ਨੂੰ ਜਾਂ ਸਿੱਖੀ ਨੂੰ ਜਾਂ ਖਾਲਿਸਤਾਨੀ ਸੰਸਾਰ ਨੂੰ ਜਾਂ ਖਾਲਿਸਤਾਨ ਵਿੱਚ ਵਸਦੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਦਿੰਦਾ ਤਾਂ ਸਾਨੂੰ ਉਹਦੇ ਨਾਲ ਕੋਈ ਸਮੱਸਿਆ ਨਹੀਂ ਹੋਊ। ਆਪਾਂ ਜਾਣਦੇ ਹਾਂ
कि गुरु साहिबान के नाम के नाल उन्हां दे बरादरियां दे नाम लगे हुए ने। वो जिहड़े भट्टां दे सवैये ने, बैठा सोढ़ी पातशाह जां भले अमरदास गुण तेरे, चली पीढ़ी सोढ़ियां रूप दिखावन बारो बारी, इदां दीयां गल्लां चलदियां ने। जात बरादरियां दे नावां दे नाल कोई प्रॉब्लम नहीं बनती। जात का हंकार करना जां जात के आधार पर हीणा समझना आपदे आप नूं, यह प्रॉब्लम है, यह समस्या जी, यह सिक्खी नूं प्रवाह नहीं। जिहड़ा बाबे नानक दा बेदी होना वो कोई समस्या नहीं। बेदी होने का किसी नूं जे हंकार हो जाए कि मैं तो बाबे नानक दी कुल चों हाँ, वो प्रॉब्लम। सो आपां सारियां समस्यावां दा हल खालिस्तान दे विचों जदों देखांगे ना, फिर गल बननी। आपां तां सारियां समस्यावां दा केंद्र मनना सी हिंदुस्तान नूं कि जे हिंदुस्तान च रहिंदे आ तां समस्यावां ने, ते आपां कहण लगे जी खालिस्तान समस्या वा। देखो किड्डी चतराई आ, किड्डी मकारी आ बाहमण दी। उन्हां ने साडे चों बंदे फिट करते, आ जिहड़े कामरेड आ इन्हां ने रंडी रोना पाया। मालवे दे बहुत सारे पिंडां दे विच पंप दे के लोकां नूं कहंदे आ भी ये जिहड़े जट सिੱਖ ने ये तुहाडी बनदी होई हिस्से दी पैड़ी तुहानूं ठेके ते लैण तों ऐ करदे आ, वो करदे आ। इन्हां ने सारे मालवे च भजीकड़ पवाता। हुण वो जिहड़ा आर्थिक मसला वा वो दो बरादरियां दा ਉਹਨੂੰ ਬਣਾਈ ਜਾਂਦੇ ਆ जट काश्तकार ਅਤੇ गैर काश्तकार ਦਾ मसला ਉਹਨੂੰ बना रहे ने जट सिੱਖ ਦਾ मतलब सिੱਖੀ ਦਾ मसला बना। ਇਹ ਕਾਮਰੇਡਾਂ ਦੀ ਜਿਹੜੀ बहुत ही नीच ਤੇ घटिया सोच आ कि ਉਹਨਾਂ ਨੇ ਜ਼ਮੀਨਾਂ ਦੇ ਉਸ ਮਸਲੇ ਨੂੰ ਜਿਹੜਾ ਕਿ ਕਾਨੂੰਨ ਅਤੇ ਆਰਥਿਕ ਤੌਰ ਤੇ ਦੇਖਿਆ ਜਾਣ ਲਾਇਕ ਮਸਲਾ ਵਾ ਉਹਨੂੰ ਸਿੱਖਾਂ ਦੇ ਵਿਹੜੇ 'ਚ ਲਿਆ ਕੇ ਸੁੱਟਦਾ। ਤੇ ਸਿੱਖੀ ਦੇ ਲਈ ਹੁਣ ਜਦੋਂ ਉਹਦੇ ਮਸਲੇ ਦੇ ਹੱਲ ਲਈ ਉਹ ਇਕੱਠੇ ਹੁੰਦੇ ਆ ਉਦੋਂ ਗੁਰਦੁਆਰਾ ਵਿੱਚ ਆ ਜਾਂਦਾ। ਗੁਰਦੁਆਰੇ 'ਚੋਂ ਅਨਾਊਂਸਮੈਂਟਾਂ ਹੁੰਦੀਆਂ ਨੇ ਤਾਂ ਉਹ ਅਨਾਊਂਸਮੈਂਟਾਂ ਚੰਗੀਆਂ ਜਾਂ ਮਾੜੀਆਂ ਅਨਾਊਂਸਮੈਂਟਾਂ ਦੇ ਆਧਾਰ 'ਤੇ ਲੋਕ ਕਹਿੰਦੇ ਜੀ ਧਰਮ ਮਾੜਾ ਗੁਰਦੁਆਰਾ ਮਾੜਾ। ਹੁਣ ਇਹ ਸਾਰੀ ਸਮੱਸਿਆ ਜਿਹੜੀ ਹੈਗੀ ਆ ਉਹ ਕੜੀ ਦਰ ਕੜੀ ਜੇ ਤੁਸੀਂ ਸਮਝੋਗੇ ਤਾਂ ਬੜੇ ਸਲੀਕੇ ਦੇ ਨਾਲ ਬੜੇ ਸਫਾਈ ਜੀ ਦੇ ਨਾਲ ਖੂਬਸੂਰਤੀ ਨਾਲ ਗੇਮ ਖੇਡੀ ਜਾ ਰਹੀ ਆ ਕਿ ਹਰ ਇੱਕ ਬੰਦੇ ਦੇ ਮਨ ਵਿੱਚ ਖਾਲਿਸਤਾਨ ਵਿਰੋਧੀ ਮਾਹੌਲ ਪੈਦਾ ਕਰ। ਸੋ ਕਾਮਰੇਡਾਂ ਦੀ ਇਸ ਹਰਕਤ ਨੂੰ ਸਮਝੋ। ਉਹ ਸਿੱਖੀ ਅਤੇ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਦੀ ਜਿਹੜੀ ਉਹਨਾਂ ਦੀ ਮੁਹਿੰਮ ਆ ਉਹਦਾ ਹਿੱਸਾ ਨਾ ਬਣੀਏ। ਉਹਨਾਂ ਦੀ ਚਤਰਾਈ ਨੂੰ ਸਮਝੀਏ ਤੇ ਆਪਾਂ ਸਾਰੀ ਸਮੱਸਿਆ ਦੀ ਜੜ ਜਿਸ ਇੰਡੀਅਨ ਜਿਹੜਾ ਨਿਜ਼ਾਮ ਆ ਉਹਨੂੰ ਮੰਨਣਾ ਸੀ। ਜੇਕਰ ਅੱਜ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਭਾਰਤੀ ਕਾਨੂੰਨੀ ਤੰਤਰ ਨੇ ਨਹੀਂ ਨਿਭਾਈ ਤੇ ਭਾਰਤੀ ਕਾਨੂੰਨੀ ਤੰਤਰ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਆਪਾਂ ਕਟਹਿਰੇ 'ਚ ਆਪਾਂ ਸਿੱਖੀ ਨੂੰ ਤੇ ਸਿੱਖਾਂ ਨੂੰ ਖੜਾ ਕਰੀ ਜਾਂਦੇ ਹਾਂ। ਸਿੱਖੀ ਕਦੋਂ ਕਹਿੰਦੀ ਆ ਕਿ ਕਿਸੇ ਨੂੰ ਉਹਦੀ ਜਾਤ ਬਰਾਦਰੀ ਕਰਕੇ ਉਹਨੂੰ ਮਤਲਬ ਬਿਨਾਂ ਗੱਲ ਤੋਂ ਟੰਗੀ ਰੱਖੂ? ਸਿੱਖੀ ਕਦੋਂ ਕਹਿੰਦੀ ਆ ਕਿ ਕਿਸੇ ਨੂੰ ਗੁਰਦੁਆਰੇ 'ਚ ਸਿੱਖਿਜ਼ਮ ਗੁਰੂ ਸਾਹਿਬ ਤਾਂ ਕਦੇ ਇਜਾਜ਼ਤ ਨਹੀਂ ਦਿੰਦੇ ਹੈਗੇ ਇਹੋ ਜਿਹੀਆਂ ਗੱਲਾਂ। ਸਿੱਖੀ ਨੇ ਤੋੜੀ, ਸਿੱਖ ਤਾਂ ਉਹਨੂੰ ਗਲਤ ਮੰਨਦੇ ਆ, ਸਿੱਖੀ ਉਹਨੂੰ ਗਲਤ ਮੰਨਦੀ ਆ ਉਸ ਚੀਜ਼ ਨੂੰ। ਸੋ ਇਹ ਜਿਹੜਾ ਸਾਰਾ ਮਸਲਾ, ਇਸ ਮਸਲੇ ਨੂੰ ਆਪਾਂ ਇਹ ਸਮਝੋ, ਮੈਂ ਉਸ ਭਰਾ ਨੂੰ ਇਹ ਸਮਝਾਇਆ ਵੀ ਇੱਕ ਸਥਿਤੀ ਤਾਂ ਉਹ ਆ ਜਦੋਂ ਕਿਸੇ ਦੀ ਇਹ ਜੀ ਸਮੱਸਿਆ ਹੀ ਨਾ ਹੋਵੇ ਜਿਹੜੀ ਸਮੱਸਿਆ ਅੱਜ ਬਣੀ ਹੋਈ ਆ ਜਿਹਦੇ ਵਿੱਚੋਂ ਉਹਨਾਂ ਨੂੰ ਗੁਰਦੁਆਰੇ ਇਕੱਠ ਕਰਨਾ ਪਿਆ ਤੇ ਗੁਰਦੁਆਰੇ ਇਕੱਠੇ ਹੋ ਕੇ ਕਹਿਣਾ ਪਿਆ ਕਿ ਤੁਸੀਂ ਭਾਈ ਸਾਡੀਆਂ ਵੱਟਾਂ 'ਤੇ ਨਾ ਚੜ੍ਹਿਓ, ਭਾਂਡੇ ਆਪਦੇ ਵੱਖਰੇ ਲਿਆਓ। ਇੱਕ ਤਾਂ ਸਥਿਤੀ ਉਹ ਆ। ਇੱਕ ਸਥਿਤੀ ਉਹ ਆ ਜਦੋਂ ਇਹੋ ਜਿਹੀ ਸਮੱਸਿਆ ਹੋਵੇ ਹੀ ਨਾ ਤੇ ਆਪਾਂ ਫਿਰ ਉਹ ਮਾਹੌਲ ਸਿਰਜ ਲੈਂਦੇ ਹਾਂ ਕਿਉਂਕਿ ਅਸੀਂ ਗਰੰਟੀ ਦਿੰਦੇ ਹਾਂ ਕਿ ਖਾਲਿਸਤਾਨ ਦੇ ਵਿੱਚ ਇਹੋ ਜਿਹੇ ਮਾਹੌਲ ਨਹੀਂ ਹੋਣਗੇ, ਇਹੋ ਜਿਹੀਆਂ ਸਮੱਸਿਆਵਾਂ ਹੀ ਨਹੀਂ ਹੋਣਗੀਆਂ। ਉਦੋਂ ਸਾਰਾ ਭਾਈਚਾਰਾ ਕਾਸ਼ਤਕਾਰ ਤੇ ਗੈਰ ਕਾਸ਼ਤਕਾਰ ਤੇ ਹੋਰ ਸਾਰੀਆਂ ਬਰਾਦਰੀਆਂ ਇਕਜੁੱਟਤਾ ਨਾਲ ਇੱਕ ਮੁੱਠਤਾ ਨਾਲ ਰਹਿਣਗੇ, ਇੱਕ ਦੂਜੇ ਨਾਲ ਪਿਆਰ ਸਤਿਕਾਰ ਕਰਨਗੇ। ਅਸੀਂ ਤਾਂ ਪੰਜਾਬ ਦੇ ਵਿੱਚ ਜਾਂ ਖਾਲਿਸਤਾਨ 'ਚ ਵੱਸਦੇ ਹਿੰਦੂ ਨੂੰ ਵੀ ਉਹ ਹੱਕ ਹਕੂਕ ਜ਼ਰੂਰ ਇੱਥੇ ਦਿਆਂਗੇ ਜਿਹਦੇ ਨਾਲ ਹਿੰਦੁਸਤਾਨ 'ਚ ਵੱਸਦਾ ਹੋਇਆ ਹਿੰਦੂ ਬੈਠ ਕੇ ਝੂਰਿਆ ਕਰੂਗਾ ਵੀ ਕਿੱਥੇ ਹਿੰਦੁਸਤਾਨ 'ਚ ਫਸ ਗਏ, ਖਾਲਿਸਤਾਨ 'ਚ ਵੱਸਦੇ ਹੋਏ ਹਿੰਦੂ ਨਜ਼ਾਰੇ ਲੈਂਦੇ। ਸੋ ਖਾਲਿਸਤਾਨ ਦੇ ਵਿੱਚ ਹਰ ਤਰ੍ਹਾਂ ਦੇ ਖਾਲਿਸਤਾਨੀ ਸ਼ਹਿਰੀ ਲਈ ਚੰਗਾ ਮਾਹੌਲ ਸਿਰਜਣਾ
ਉੱਥੇ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਕਿੱਥੇ ਯਾਰ ਖਾਲਿਸਤਾਨ 'ਚ ਆ ਗਈ। ਉੱਥੇ ਹਰੇਕ ਕਵੇ ਧੰਨ ਹੈ ਮੇਰਾ ਦੇਸ਼, ਧੰਨ ਹੈ ਮੇਰੇ ਦੇਸ਼ ਦਾ ਸਿਸਟਮ, ਧੰਨ ਹੈ ਉਹ ਗੁਰਮੁਖ ਦਾ ਰਾਹ, ਜਿਸ ਰਾਹ 'ਤੇ ਚੱਲ ਕੇ ਇੱਥੋਂ ਦੇ ਲੋਕਾਂ ਨੇ ਇਹੋ ਜਿਹਾ ਵਧੀਆ ਸਿਸਟਮ ਸਿਰਜਿਆ। ਅਤੇ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਵਾ ਇਸ ਟਾਈਮ, ਜਿਹੜਾ ਸਿੱਖਾਂ ਦੇ ਅਤੇ ਸਿੱਖੀ ਦੇ ਖਿਲਾਫ ਮਾਹੌਲ ਤਿਆਰ ਕਰਨ ਦੀ ਜਿਹੜੀ ਖੇਡ ਆ ਨਾ, ਇਹਨੂੰ ਸਮਝਣ ਦੀ ਲੋੜ ਆ। ਆਪਣੇ ਬੰਦੇ ਐਵੇਂ ਦੇਖਾ ਦੇਖੀ ਠਾਹ ਠੱਗ ਲਈਆਂ ਮਾਰ ਦਿੰਦੇ ਨੇ ਅਤੇ ਡੈਪਥ ਵਿੱਚ ਨਹੀਂ ਜਾਂਦੇ। ਹਰ ਇੱਕ ਗੱਲ ਦੇ ਪਿੱਛੇ ਇੱਕ ਹੋਰ ਸੈਂਟਰ ਦੇ ਵਿੱਚ ਬੀ ਪਿਆ ਹੁੰਦਾ। ਕਾਮਰੇਡਾਂ ਨੇ ਪੂਰੀ ਪਲੈਨਿੰਗ ਦੇ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਅੱਡ ਅੱਡ ਬਹਾਨਿਆਂ ਦੇ ਰਾਹੀਂ ਸਿੱਖੀ ਅਤੇ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਦੀ ਇੱਕ ਬਹੁਤ ਕੋਝੀ ਕਰਤੂਤ ਕੀਤੀ ਆ। ਉਸ ਚੀਜ਼ ਨੂੰ ਫੜਨ ਦੀ ਲੋੜ ਆ, ਨਾ ਕਿ ਸਿੱਖੀ ਅਤੇ ਖਾਲਿਸਤਾਨ ਨੂੰ ਕਟਹਿਰੇ 'ਚ ਖੜਾ ਕਰਨ ਦੀ ਲੋੜ। ਸਿੱਖੀ ਵਿੱਚ ਤੇ ਖਾਲਿਸਤਾਨ 'ਚ ਕੋਈ ਦੋਸ਼ ਨਹੀਂ, ਇਹ ਕਾਮਰੇਡਾਂ ਦੀ ਜਾਂ ਕੁਝ ਬੇਸਮਝ ਲੋਕਾਂ ਦੀ ਗੜਬੜ ਵਾ। ਉਸ ਚੀਜ਼ ਨੂੰ ਆਪਾਂ ਸਮਝੀਏ ਅਤੇ ਉਹਦੇ ਹੱਲ ਕੱਢੀਏ, ਅਤੇ ਉਹਦੇ ਹੱਲ ਖਾਲਿਸਤਾਨ 'ਚ। ਖਾਲਿਸਤਾਨ ਦੇ ਵਿੱਚ ਕਦੇ ਇਹੋ ਜਿਹਾ ਮਾਹੌਲ ਨਹੀਂ ਪੈਦਾ ਹੋਊਗਾ। ਪਹਿਲਾਂ ਹੀ ਉਸ ਗੱਲ ਦਾ ਹੱਲ ਕੱਢਿਆ ਜਾਊਗਾ ਕਿ ਕਿਸੇ ਨੂੰ ਉਹਦੀ ਬਰਾਦਰੀ ਕਰਕੇ ਵੀ ਤੂੰ ਆਹ ਆ ਅਤੇ ਤੂੰ ਉਹ ਆ, ਕਿਸੇ ਨੂੰ ਵੱਡੀ ਜਾਤ ਦਾ ਹੰਕਾਰ ਹੋਣ ਦਾ ਮੌਕਾ ਨਹੀਂ, ਕਿਸੇ ਨੂੰ ਛੋਟਾ ਹੋਣ ਦਾ ਜਿਹੜਾ ਉਹ ਨਹੀਂ ਹੋਊਗਾ ਵੀ ਮੈਂ ਹੀਣ ਭਾਵਨਾ 'ਚ ਹੀ ਆ ਜਾਵਾਂ। ਸੋ ਸਾਰੇ ਉਦੋਂ ਆਹ ਜਿਹੜੇ ਕਾਮਰੇਡ ਨੇ ਨਾ ਜੀ, ਇਹ ਤਾਂ ਜਿਹੜੇ ਵੀ ਮੁਲਕ 'ਚ ਗਏ ਨੇ, ਇਹਨਾਂ ਨੇ ਤਾਂ ਆਪਦੇ ਮੁਲਕ ਜਿਹੜੇ ਆ ਰਸ਼ੀਆ ਅਤੇ ਚਾਈਨਾ ਨੇ, ਉੱਥੇ ਹਨੇਰੀ ਠਾਲੀ ਪਈ ਆ। ਲੋਕ ਬੜੇ ਦੁਖੀ ਨੇ ਉਹਨਾਂ ਮੁਲਕਾਂ ਦੇ। ਚਾਈਨਾ ਦੇ ਵਿੱਚ ਹੁਣ ਤਾਂ ਪੰਜਾਬ ਦੇ ਕਾਮਰੇਡਾਂ ਨੂੰ ਪੁੱਛੋ ਤੁਸੀਂ, ਇੱਥੇ ਪੰਜਾਬ ਦੇ ਲੋਕਾਂ ਨੂੰ ਪੰਪ ਦੇਈ ਜਾਂਦੇ ਹੋ, ਸਿੱਖੀ ਦੇ ਖਿਲਾਫ ਕਰੀ ਜਾਂਦੇ ਹੋ। ਜਿਹੜਾ ਤੁਹਾਡਾ ਮਹਾਨ ਦੇਸ਼ ਆ, ਮੇਰਾ ਦੇਸ਼ ਮਹਾਨ ਕਹਿੰਦੇ ਹੁੰਦੇ ਇੰਡੀਆ ਨੂੰ, ਇਹਦੀ ਧੁੱਕੀ ਕੱਢੀ ਪਈ ਆ ਕਾਮਰੇਡਾਂ ਨੇ ਚਾਈਨਾ ਦਿਆਂ ਨੇ। ਹੁਣ ਤੁਸੀਂ ਦੱਸੋ ਇੰਡੀਆ ਵੱਲ ਭੁਗਤਣਾ ਕਿ ਚਾਈਨਾ ਵੱਲ ਭੁਗਤਣਾ? ਸੋ ਇਸ ਵੇਲੇ ਆਪਾਂ ਨੂੰ ਆਪਦੇ ਘਰ ਦੇ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ। ਆਪਾਂ ਨੂੰ ਸਿੱਖੀ ਅਤੇ ਖਾਲਿਸਤਾਨ ਦੇ ਬਾਰੇ ਬੜੇ ਚੰਗੇ ਤਰੀਕੇ ਨਾਲ ਆਪਦਾ ਦਿਮਾਗ ਸਾਫ਼ ਕਰਕੇ ਗੱਲ ਕਰਨੀ ਚਾਹੀਦੀ ਆ। ਕਾਮਰੇਡਾਂ ਦੇ ਜਾਲ 'ਚ ਫਸ ਕੇ ਸਿੱਖੀ ਨੂੰ ਜਾਂ ਖਾਲਿਸਤਾਨ ਨੂੰ ਗਲਤ ਕਹਿਣ ਦੀ ਬਜਾਏ ਆਪਾਂ ਨੂੰ ਚਾਹੀਦਾ ਕਿ ਆਪਾਂ ਉਸ ਮਾਹੌਲ ਨੂੰ ਸਮਝੀਏ ਵੀ ਉਹ ਕਿਉਂ ਪੈਦਾ ਹੋਇਆ। ਅਗਲੀ ਗੱਲ ਇਹ, ਮੈਂ ਅੱਗੇ ਵੀ ਕਈ ਵਾਰ ਪਾਈ ਆ, ਹੁਣ ਮੈਂ ਫੇਰ ਪਾ ਦਿੰਦਾ। ਜਿਹੜੀ RTI ਪਾ ਕੇ ਭਾਰਤ ਸਰਕਾਰ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਕੋਈ ਜੁਰਮ ਨਹੀਂ। ਤੇ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਕਿ ਖਾਲਿਸਤਾਨ ਤੂੰ ਕਿਹਾ, ਤੂੰ ਐਂ ਕਹਿਣਾ, ਉਹ ਕਹਿਣਾ, ਉਹਨੂੰ ਕਹੇ ਵੀ ਭਾਈ RTI ਪਾ ਤੇ ਸਰਕਾਰ ਤੋਂ ਪੁੱਛ ਲਾ, ਮੇਰੀ ਜਾਨ ਨਾ ਖਾ। ਜਿਹੜਾ ਥਾਣੇਦਾਰ, ਜਿਹੜਾ SSP, ਜਿਹੜਾ ਲੀਡਰ ਭਕਾਈ ਮਾਰਦਾ ਵੀ ਤੂੰ ਖਾਲਿਸਤਾਨ ਕਹਿਣਾ, ਖਾਲਿਸਤਾਨ ਦੀ ਗੱਲ ਕਰਦਾ, ਉਹਨੂੰ ਕਹੇ ਮੇਰੀ ਜਾਨ ਕਾਹਨੂੰ ਖਾਣਾ। ਇਹ ਲਿਖਣ ਦਾ ਹੱਕ ਤੁਹਾਡੇ ਕਾਨੂੰਨਾਂ ਨੇ ਦਿੱਤਾ ਹੋਇਆ। ਤੇ ਜੇਕਰ ਕੋਈ ਗੱਲਬਾਤ ਹੈ ਕਰਨੀ ਤਾਂ ਉਹਨਾਂ ਨਾਲ ਕਰ ਜਿਨ੍ਹਾਂ ਨੇ ਇਹ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਜੁਰਮ ਨਹੀਂ। ਮੈਂ ਤਾਂ ਇਹ ਚਾਹੁੰਦਾ ਵੀ ਹਰੇਕ ਬੰਦਾ ਆਪਦੇ ਵੱਲੋਂ RTI ਪਾ ਕੇ ਨਾ, RTI ਰਾਹੀਂ ਪਤਾ ਕਰਕੇ ਆਪਦੇ ਘਰੇ ਸ਼ੀਸ਼ੇ 'ਚ ਜੜਾ ਕੇ ਰੱਖੇ, ਜਿੱਥੇ ਲਿਖਿਆ ਹੋਊਗਾ। ਜਿਵੇਂ ਮੈਂ RTI ਪਾਵਾਂ ਤਾਂ ਮੈਨੂੰ ਉਹ ਕਹਿ ਦੇਣਗੇ ਕਿ ਸਰਬਜੀਤ ਸਿੰਘ ਘਮਾਣ ਜੀ, ਜਿਹੜਾ ਤੁਸੀਂ ਪੁੱਛਿਆ ਸੀ ਅਸੀਂ ਉਹਦੇ ਜਵਾਬ ਵਿੱਚ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਕਾਨੂੰਨ ਅਨੁਸਾਰ ਜੁਰਮ ਨਹੀਂ। ਅਤੇ ਜਦੋਂ ਕੋਈ ਮੇਰੇ ਘਰੇ ਆਵੇ ਉਹਨੂੰ ਚੱਕ ਕੇ ਦਿਖਾ ਦੇਵਾਂ ਵੀ ਭਾਜੀ ਮੈਂ ਪੁੱਛਿਆ ਸੀਗਾ, ਮੈਂ ਤਾਂ ਗੱਲ ਕਰਨ ਲੱਗਿਆ ਖਾਲਿਸਤਾਨ ਦੀ। ਇਹ ਮੇਰੇ ਵਰਗਿਆਂ ਲਈ ਤਾਂ ਚਲੋ ਅਸੀਂ ਤਾਂ ਹੁਣ ਕੀ ਇਹ ਗੱਲਾਂ ਕਰਨੀਆਂ ਨੇ, ਪਰ ਜਿਹੜੇ ਭਰਾਵਾਂ ਨੂੰ ਕੋਈ ਬਿਮਾਰੀ ਪਈ ਹੋਈ ਆ ਵੀ ਐਂ ਹੋ ਗਿਆ ਜੀ, ਉਹ ਹੋ ਗਿਆ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਪੰਜਾਬ ਵਿੱਚ ਰਹਿ ਕੇ ਖਾਲਿਸਤਾਨ ਦੀ ਗੱਲ ਕਰਨ ਲੱਗਿਆਂ ਥੋੜ੍ਹੀ ਜਿਹੀ ਔਖ ਮਹਿਸੂਸ ਹੁੰਦੀ ਆ ਤਾਂ RTI ਪਾਓ। ਸਰਕਾਰ ਤੋਂ ਆਪਦੇ ਨਾਂ 'ਤੇ ਚਿੱਠੀ ਮਿਲ ਜਾਣੀ ਆ ਤੁਹਾਨੂੰ। ਉਹ ਚਿੱਠੀ ਸ਼ੀਸ਼ੇ 'ਚ ਜੜਾ ਕੇ ਸਾਹਮਣੇ ਬਾਹਰਲੇ ਪਾਸੇ ਗੇਟ 'ਤੇ ਹੀ ਲਾ ਦਿਓ। ਜਦੋਂ ਕੋਈ ਪੁਲਿਸ ਵਾਲਾ ਆਵੇ ਵੀ ਹਾਂ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਕਿ ਵੀ ਆਹ ਫੜ ਲਾ, ਮੈਂ ਥੋੜ੍ਹੀ ਸਰਕਾਰ ਤੋਂ ਹੀ ਪੁੱਛਿਆ ਸੀ, ਆਪਾਂ ਪੰਗਾ ਤਾਂ ਕੋਈ ਲੈਂਦੇ ਨਹੀਂ ਪੁੱਠਾ ਸਿੱਧਾ, ਅਤੇ ਆਹ ਗੱਲ ਆਪਾਂ ਕਰ ਲੱਗੇ। ਸੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹਨਾਂ ਨੂੰ ਮਤਲਬ ਕਾਨੂੰਨ ਦੇ ਦਾਇਰੇ ਵਿੱਚ ਰਹਿਣ ਦੀ ਜ਼ਿਆਦਾ ਹੈਗੀ ਆ, ਉਹ ਰਹਿਣ ਅਤੇ ਚੰਗੀ ਗੱਲ ਕਰਨ। ਖਾਲਿਸਤਾਨ ਕੋਈ ਹਊਆ ਨਹੀਂ। ਖਾਲਿਸਤਾਨ ਦੀ ਵਿਆਖਿਆ ਹੁਣ ਤੱਕ ਸਿੱਖੀ ਦੇ ਦੁਸ਼ਮਣਾਂ ਨੇ, ਖਾਲਿਸਤਾਨ ਦੇ ਵਿਰੋਧੀਆਂ ਨੇ ਕੀਤੀ ਆ। ਸੋ ਜਿੱਦਣ ਸਿੱਖਾਂ ਨੇ ਵਿਆਖਿਆ ਕੀਤੀ ਉਦਣ ਪਤਾ ਲੱਗਣਾ ਸਾਡੀ ਘਾਟ ਆ ਕਿ ਸਾਡੀ ਤਾਂ ਵਾਰੀ ਹੋਈ ਨਹੀਂ ਆਈ। ਖਾਲਿਸਤਾਨ ਬਾਰੇ ਦੁਨੀਆ ਦੇ
ਵਿੱਚ ਜੋ ਕੁਝ ਦੱਸਿਆ ਗਿਆ ਉਹ ਵਿਰੋਧੀਆਂ ਨੇ ਦੱਸਿਆ ਕਿ ਬੜਾ ਮਾੜਾ ਹੋਊ ਜੀ, ਬੜਾ ਘਟੀਆ ਹੋਊ ਜੀ, ਉੱਥੇ ਐਂ ਹੋਊ ਜੀ, ਉਹ ਹੋਊ ਜੀ। ਗੁਰੂਆਂ ਦਾ ਦੱਸਿਆ ਹੋਇਆ ਖਾਲਸਾ ਰਾਜ ਦਾ ਕਨਸੈਪਟ ਆ ਜਿਹੜਾ, ਉਹ ਕਿਵੇਂ ਗਲਤ ਹੋ ਸਕਦਾ, ਕਿਵੇਂ ਮਾੜਾ ਹੋ ਸਕਦਾ। ਪਰ ਸਾਡੇ ਆਪ ਦੀ ਘਾਟ ਆ ਤੇ ਉਹਨਾਂ ਨੇ ਇੰਨਾ ਕੁ ਬਦਨਾਮ ਕਰ ਦਿੱਤਾ। ਇਹ ਤੋਂ ਪਹਿਲਾਂ ਕਿ ਸਾਰੀ ਦੁਨੀਆ ਦੇ ਵਿੱਚ ਅਸੀਂ ਆਪਦੀ ਗੱਲ ਲੈ ਕੇ ਜਾਂਦੇ, ਸਾਨੂੰ ਪਹਿਲਾਂ ਹੀ ਉਹਨਾਂ ਨੇ ਟੈਰੋਰਿਸਟ ਗਰਦਾਨਤਾ। ਤੇ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਬਿਨਾਂ ਗੱਲ ਨੂੰ ਜਾਣਿਆ ਹੀ ਹੁਲੀ ਹੋਏ ਹਾਥ ਹੋਏ ਕਰਦੇ ਫਿਰਦੇ ਆ। ਸੋ ਮੈਂ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮਾਹੌਲ ਦੋ ਨੇ, ਕਿੱਧਰ ਖੜਨਾ ਉਹ ਫੈਸਲਾ ਕਰ ਲਿਆ ਜਾਵੇ। ਇੱਕ ਮਾਹੌਲ ਉਹ ਆ ਜਦੋਂ ਹਰੇਕ ਬੰਦਾ ਖੁਸ਼ੀ, ਸੁਖੀ ਤੇ ਖੁਸ਼ਹਾਲ ਹੋਵੇ, ਉਹ ਖਾਲਿਸਤਾਨੀ ਮਾਹੌਲ ਆ, ਸਿੱਖੀ ਦਾ ਮਾਹੌਲ ਆ। ਇੱਕ ਹੈਗਾ ਜਦੋਂ ਹਰੇਕ ਬੰਦਾ ਦੁਖੀ ਹੋਵੇ, ਹਰੇਕ ਬੰਦਾ ਸੰਤਾਪ ਨਾਲ ਭਰਿਆ ਹੋਵੇ ਤੇ ਸਿਆਪੇ ਪਏ ਹੋਣ, ਉਹ ਮਾਹੌਲ ਇੰਡੀਅਨ ਮਾਹੌਲ ਆ। ਇੰਡੀਅਨ ਮਾਹੌਲ ਦੇ ਵਿੱਚ ਜਾਣਾ ਕਿ ਖਾਲਿਸਤਾਨੀ ਮਾਹੌਲ 'ਚ ਜਾਣਾ, ਇਹ ਆਪਾਂ ਹਰੇਕ ਨੇ ਦੇਖ ਲੈਣਾ। ਸੋ ਲਕੀਰ ਖਿੱਚਣ ਦੀ ਵਾਰੀ ਜਿਹੜੀ ਆ ਉਹ ਫੇਰ ਆ ਰਹੀ ਆ। ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਖਾਲਿਸਤਾਨ ਜਿੰਦਾਬਾਦ ਹੈ, ਖਾਲਿਸਤਾਨ ਜਿੰਦਾਬਾਦ ਰਹੇਗਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਹ ਅਸੀਂ ਨਿੱਤ ਗੁਰਦੁਆਰਿਆਂ ਦੇ ਵਿੱਚ ਗਾਉਂਦੇ ਹਾਂ ਤੇ ਇਹੀ ਸਾਡਾ ਸਾਰੇ ਜਿਹੜਾ ਸੰਸਾਰ ਨੂੰ ਸੁਨੇਹਾ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।